दोबारा देख लो। स्टेटमेंट का मतलब आ कि ਜਿਹੜੇ ਕੰਜ਼ਿਊਮਰ ਗੁੱਡਸ ਆ ਜਿਵੇਂ ਕਾਰਸ ਹੋ ਗਈਆਂ, ਠੀਕ ਹੈ, ਇਹਨਾਂ ਦੀ ਪ੍ਰੋਡਕਸ਼ਨ ਯਾਨੀ ਕਿ ਇਹਨਾਂ ਦੀ ਪੈਦਾਵਾਰ ਵੱਧਦੀ ਜਾ ਰਹੀ ਹੈ, ਜਿਹਦੇ ਕਰਕੇ ਇਨਵਾਇਰਨਮੈਂਟ ਡੈਮੇਜ ਹੋ ਰਹੀ ਹੈ। ਇਹਦੇ ਕੀ ਕਾਰਨ ਨੇ, ਵਾਟ ਆਰ ਦੀ ਕਾਜ਼ਸ ਬਿਹਾਈਂਡ ਦਿਸ ਇਨਵਾਇਰਨਮੈਂਟਲ ਡੈਮੇਜ, ਕੀ ਕਾਰਨ ਨੇ ਇਹਦੇ, ਤੇ ਇਹ ਪ੍ਰੋਬਲਮ ਕਿੱਦਾਂ ਸੋਲਵ ਹੋਊਗੀ, ਹਾਊ ਦਿਸ ਪ੍ਰੋਬਲਮ ਕੈਨ ਬੀ ਸੋਲਵ। ਪ੍ਰੋਬਲਮ ਕੀ ਹੈ, ਇਨਵਾਇਰਨਮੈਂਟਲ ਡੈਮੇਜ। ਸੋ ਹੁਣ ਇਹਦੇ ਜਿਹੜੇ ਕਾਰਨ ਦੱਸਣੇ ਆ ਉਹ ਕੰਜ਼ਿਊਮਰ ਗੁੱਡਸ ਤੇ ਉਹਨਾਂ ਦੀ ਪ੍ਰੋਡਕਸ਼ਨ ਦੇ ਨਾਲ ਰਿਲੇਟ ਕਰਕੇ ਦੱਸੋ ਕੀ ਕਾਜ਼ ਆ ਸਕਦਾ, ਦੱਸੋ। ਕਬੀਰ ਮੈਮ ਤੁਸੀਂ ਦੱਸੋ ਕੀ ਕਾਰਨ ਹੋ ਸਕਦਾ। ਇੱਕ ਸਰ ਮਤਲਬ ਪ੍ਰਾਈਵੇਟ ਵਹੀਕਲ ਜਿਹੜੇ ਆ ਉਹ ਜ਼ਿਆਦਾ ਵੱਧ ਰਹੇ ਆ ਹਨਾ, ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਉਹਦੀ ਘੱਟ ਹੋ ਰਹੀ ਆ। ਓਕੇ, ਇਹਨੂੰ ਲਿਖਾਂਗੇ ਕਿੱਦਾਂ। ਇਹ ਹੋ ਰਿਹਾ ਜ਼ਿਆਦਾ ਡਿਮਾਂਡ ਹੋਣ ਕਰਕੇ ਉਹਨਾਂ ਦੀ ਪ੍ਰਾਈਵੇਟ ਵਾਹੀਕਲਸ ਦੀ 에ਅਰ ਤੇ ਨੋਇਸ ਪੋਲਿਊਸ਼ਨ ਹੋ ਰਿਹਾ। ਹੋਰ ਕਾਜ਼ ਕੀ ਹੋ ਸਕਦਾ। ਕੰਜ਼ਿਊਮਰ ਗੁੱਡਸ 'ਚ ਹੋਰ ਕੀ ਹੁੰਦਾ, ਵਾਹੀਕਲਸ ਤੋਂ ਇਲਾਵਾ ਕੀ ਚੀਜ਼ਾਂ ਯੂਜ਼ ਕਰਦੇ ਹੋ ਤੁਸੀਂ, ਪਹਿਲਾਂ ਉਹ ਸੋਚੋ। ਵਾਹੀਕਲ ਤੋਂ ਇਲਾਵਾ ਹੋਰ ਕੀ ਚੀਜ਼ ਯੂਜ਼ ਕਰਦੇ ਹੋ ਕੰਜ਼ਿਊਮਰਸ। ਸਰ ਪੋਲੀਥੀਨ। ਹਾਂਜੀ, ਪੋਲੀਥੀਨ ਨਾਲ ਵੀ এনवायरमेंट ਕੋ ਖਰਾਬ ਹੁੰਦਾ। ਹਾਂਜੀ ਹਾਂਜੀ ਕਹਿ ਸਕਦੇ ਹੋ। ਕਿਉਂਕਿ ਕ੍ਰੀਏਟਿੰਗ ਗੁੱਡਸ ਵਿਚ ਡਿਸਟਰਬ ਦਾ ਈਕੋਸਿਸਟਮ। ਈਕੋਸਿਸਟਮ ਕੀ ਹੁਣ ਸਾਰਿਆਂ ਨੂੰ ਪੂਰਾ ਕੋਲੈਬੋਰੇਸ਼ਨ ਦੁਨੀਆ ਦਾ, ਯਾਨੀ ਕਿ ਇਨਸਾਨ, ਐਨੀਮਲਸ, ਪਕਸ਼ੀ, ਪੇੜ ਪੌਦੇ, ਇਹ ਸਾਰੇ ਕਿਸ ਤਰੀਕੇ ਦੇ ਨਾਲ ਰਹਿ ਰਹੇ ਆ ਧਰਤੀ ਦੇ ਉੱਪਰ, ਉਹਨੂੰ ਈਕੋਸਿਸਟਮ ਕਹਿ ਦਾਂਗੇ ਆਪਾਂ। ਇਦਾਂ ਦੇ ਗਰੁੱਪਸ ਕ੍ਰੀਏਟ ਕਰਨੇ ਵੀ ਜਿਹਦੇ ਕਰਕੇ ਈਕੋਸਿਸਟਮ ਖਰਾਬ ਹੋ ਰਿਹਾ, ਸਚ ਐਸ ਪਲਾਸਟਿਕ। ਪੋਲੀਥੀਨ ਪਲਾਸਟਿਕ ਹੀ ਹੁੰਦਾ ਨਾ, ਪਲਾਸਟਿਕ ਦੀ ਫਾਰਮ ਹੁੰਦੀ ਹੈ। ਹੁਣ ਇਹਨਾਂ ਨੂੰ ਕਹਿੰਦੇ ਕੀ ਆ, ਨॉन ਬਾਇਓਡੀਗ੍ਰੇਡੇਬਲ, ਯਾਨੀ ਕਿ ਜਿਹੜੇ ਘੁਲ ਨਹੀਂ ਸਕਦੇ ਬਾਅਦ ਚ। ਹੁਣ ਇਦਾਂ ਪੱਤੇ ਆ, ਪੱਤਿਆਂ ਦੇ ਨਾਲ ਜੇ ਆਪਾਂ ਯੂਜ਼ ਕਰਦੇ ਹਾਂ ਕੁਝ ਪ੍ਰੋਡਕਟ ਬਣਾਉਂਦੇ ਹਾਂ, ਤੇ ਉਹ ਆਪਾਂ ਜਦੋਂ ਥਰੋ ਕਰ ਦਾਂਗੇ, ਡਸਟਬਿਨ ਥਰੋ ਕਰ ਦਾਂਗੇ, ਤੇ ਉਹ ਆਟੋਮੈਟਿਕਲੀ ਜਦੋਂ ਮਿੱਟੀ 'ਚ ਮਿਲ ਕੇ ਤੇ ਫਿਰ ਉਹਦੇ ਵਾਂਗੂ ਹੀ ਹੋ ਜਾਂਦੇ। ਬਟ ਪਲਾਸਟਿਕ ਦੀਆਂ ਚੀਜ਼ਾਂ, ਪੋਲੀਥੀਨਸ ਜਿਹੜੇ ਆ, ਜੇ ਆਪਾਂ ਮਿੱਟੀ ਸੁੱਟ ਦਿੰਦੇ ਤੇ ਉਸੇ ਮਿੱਟੀ ਨੂੰ ਬਲੌਕ ਕਰੀ ਜਾਂਦੇ। ਠੀਕ ਹੈ, ਇਹ ਚੀਜ਼ ਆ ਜਾਊਗੀ। ਕ੍ਰੀਏਟਿੰਗ ਨॉन ਬਾਇਓਡੀਗ੍ਰੇਡੇਬਲ ਗੁੱਡਸ which disturb the ecosystem such as plastic, blocking ਜਾਂ ਫਿਰ ਫੈਕਟਰੀਆਂ ਚ ਨਿਕਲਿਆ ਧੂਆਂ, ਪਾਣੀ ਗੰਦਾ। ਹਾਂਜੀ, destroying the soil ਕਹਿ ਸਕਦੇ, destroying the soil and earth ਲਿਖਦੇ ਥੇ, ਇਹ ਆ ਸਕਦਾ। ਇੰਡਸਟਰੀਜ਼ ਉਹ ਵੀ ਪੋਲਿਊਟ ਕਰਦੀਆਂ ਨਾ, ਸੈਟਅਪ ਆਫ ਇੰਡਸਟਰੀ। ਵੇਸਟ, ਹਾਂਜੀ, ਜ਼ਿਆਦਾ ਤੋਂ ਜ਼ਿਆਦਾ ਇੰਡਸਟਰੀਜ਼ ਲੱਗਣ ਦੇ ਨਾਲ ਕੀ ਹੋ ਰਿਹਾ, disposing their waste without treatment, ਬਿਨਾਂ ਕਿਸੇ ਉਹ ਸਾਫ ਸਫਾਈ ਦੇ, ਜਿਹੜਾ ਜੋ ਵੀ ਇਹਨਾਂ ਦਾ ਵੇਸਟ ਹੁੰਦਾ ਸਾਰਾ ਇਨਵਾਇਰਨਮੈਂਟ 'ਚ ਪਾ ਦਿੰਦੇ, ਨਹਿਰਾਂ 'ਚ ਪਾ ਦਿੰਦੇ ਆ,
ਏਅਰ 'ਚ ਛੱਡ ਦਿੰਦੇ ਆ, ਇਹ ਚੀਜ਼ਾਂ ਸਾਰੀਆਂ। ਹੁਣ ਇਹਦੇ ਕਾਰਨ ਕਲੀਅਰ ਹੋ ਗਏ। ਇਹਦਾ ਹੁਣ ਹੈਡਿੰਗ ਬਣਾਈਏ ਇੱਕ ਕਾਰਨ ਦਾ, ਸਾਰੀ ਐਕਸਪਲੇਨੇਸ਼ਨ ਦੇ ਵਿੱਚ ਆ ਗਿਆ। ਇਹਦਾ ਹੈਡਿੰਗ ਕੀ ਬਣ ਸਕਦਾ ਹੁਣ? ਵਾਈਟ ਵਾਈਟ ਦਹੀਂ ਮੰਮੀਆਂ ਦੀ ਹੈਗਾ ਨਹੀਂ ਨਹੀਂ ਹੈਗਾ ਤੁਹਾਡੇ ਵਾਸਤੇ ਥੋੜਾ ਜਿਹਾ ਬਣਾਵਾਂ। ਇਹ ਆ ਸਕਦਾ ਵੀ ਜ਼ਿਆਦਾ ਤੋਂ ਜ਼ਿਆਦਾ ਕੰਫਰਟੇਬਲ ਲਾਈਫ ਦੇ ਲਈ ਹਿਊਮਨ ਜਿਹੜੇ ਆ ਇਨਵਾਇਰਨਮੈਂਟ ਨੂੰ ਡਿਸਟਰੋਏ ਕਰਦੇ ਪਏ ਕਾਫੀ ਤਰੀਕਿਆਂ ਦੇ ਨਾਲ। ਹੁਣ ਫਿਰ ਅੱਗੇ ਦੱਸ ਦਾਂਗੇ ਵੀ ਪ੍ਰਾਈਵੇਟ ਵਾਹੀਕਲ ਜ਼ਿਆਦਾ ਹੁੰਦਾ, 에ਅਰ ਪੋਲਿਊਸ਼ਨ, ਨੋਇਸ ਪੋਲਿਊਸ਼ਨ ਹੋ ਰਿਹਾ, ਇਦਾਂ ਦੇ ਗੁੱਡਸ ਕ੍ਰੀਏਟ ਕੀਤੇ ਜਾ ਰਹੇ ਆ ਇੱਥੇ, ਜਿਵੇਂ ਪਲਾਸਟਿਕ ਆ, ਜਿਹੜੇ ਈਕੋਸਿਸਟਮ ਨੂੰ ਡਿਸਟਰਬ ਕਰਦੇ ਪਏ ਅਤੇ ਸੋਇਲ ਤੇ ਅਰਥ ਨੂੰ ਖਰਾਬ ਕਰਦੇ ਪਏ ਆ। ਜ਼ਿਆਦਾ ਤੋਂ ਜ਼ਿਆਦਾ ਇੰਡਸਟਰੀ ਸੈਟਅਪ ਕੀਤੀਆਂ ਜਾ ਰਹੀਆਂ। ਕਲੀਅਰ? ਇਹਦੇ ਕਾਜ਼ਸ ਕਲੀਅਰ ਹੋ ਗਏ ਸਾਰੇ? ਯੈਸ ਸਰ। ਹੁਣ ਇਹਦਾ ਅੱਗੇ ਸਰ ਆਊਗਾ ਪੈਸਟੀਸਾਈਡ ਨਹੀਂ ਆ ਸਕਦੇ? ਉਹ ਵੀ ਆ ਸਕਦੇ ਕਾਜ਼ਸ ਵਿੱਚ, ਮਤਲਬ ਵੀ ਜ਼ਿਆਦਾ ਯੂਜ਼ ਹੋਣ ਲੱਗ ਪਏ ਹੁਣ ਖਾਦ ਪਦਾਰਥ ਜਿਹੜੇ ਹੁੰਦੇ ਆ, ਮਤਲਬ ਜਿਹੜੀ ਆ ਯੂਜ਼ ਕਰਦੇ ਆ। ਹਾਂਜੀ, ਫਿਰ ਉਹਦੇ ਨਾਲ ਫਰਟੀਲਾਈਜ਼ਰਸ ਇੱਕ ਇਸ ਤਰੀਕੇ ਨਾਲ ਦੱਸੋਗੇ ਵੀ ਪੈਸਟੀਸਾਈਡਸ ਜ਼ਿਆਦਾ ਯੂਜ਼ ਹੁੰਦੇ ਆ ਤਾਂ ਕਿ ਉਹ ਫੂਡ ਗ੍ਰੇਨਸ ਜਿਹੜੇ ਜ਼ਿਆਦਾ ਉਗਾ ਸਕਣ, ਯਾਨੀ ਕਿ ਫੂਡ ਜ਼ਿਆਦਾ ਤੋਂ ਜ਼ਿਆਦਾ ਕੱਢ ਸਕਣ। ਉਹ ਇਸ ਕਰਕੇ ਕਿਉਂਕਿ ਉਹਦੀ ਡਿਮਾਂਡ ਵੱਧ ਗਈ ਹੈ, ਉਹਨੂੰ ਵੀ ਫਿਰ ਇਸੇ ਤਰੀਕੇ ਨਾਲ ਕਰਨਾ ਪਊਗਾ ਜਿਵੇਂ ਆਹ ਕੀਤਾ, ਮੋਰ ਡਿਮਾਂਡ ਆਫ ਫੂਡ ਗ੍ਰੇਨਸ, ਠੀਕ ਹੈ, ultimately more use of pesticides and fertilizers destroying the land fertility ਤੇ water pollution। ਇਹ ਚੀਜ਼ ਫਿਰ ਲਿਖਣੀ ਪਊਗੀ। ਓਕੇ ਬਹੁਤ ਸਾਰੇ ਕਾਜ਼ਸ ਹੋਏ ਠੀਕ ਨੇ, 2-3 ਕਾਜ਼ਸ ਆਪਾਂ Okay, ਕੀਤੇ, ਬਹੁਤ ਸਾਰੇ। ਜੇ ਤੋਂ ਇਲਾਵਾ ਕੋਈ ਆਉਂਦਾ ਤੁਹਾਨੂੰ ਬਸ ਇਸ ਚੀਜ਼ ਦਾ ਧਿਆਨ ਰੱਖਣਾ, ਪੁਆਇੰਟ ਤੋਂ ਅੱਗੇ ਫਰਦਰ ਉਹਦੀ ਐਕਸਪਲੇਨੇਸ਼ਨ ਹੋਣੀ ਚਾਹੀਦੀ ਆ, ਠੀਕ ਹੈ। ਜਦੋਂ ਇਹ ਦੋਵੇਂ ਚੀਜ਼ਾਂ ਹੋਣਗੀਆਂ ਨਾਲ ਤੇ ਉਹ ਕਰੈਕਟ ਹੋਊਗਾ ਸਾਰਾ, ਠੀਕ ਹੈ। ਠੀਕ ਹੈ। ਵਰਡ ਲਿਮਿਟ ਦਾ ਧਿਆਨ ਰੱਖਣਾ ਵੀ ਜਿਹੜੀ ਓਕੇ ਡਿਸਕ੍ਰਾਈਬ ਕਰਨ ਲੱਗੇ ਉਹ ਇਹ ਨਾ ਹੋਵੇ 50 to 60 ਵਰਡਸ ਜਿਹੜੇ ਆ ਇੱਕੋ ਰੀਜ਼ਨ ਨੂੰ ਡਿਸਕ੍ਰਾਈਬ ਕਰਨ ਲੱਗਿਆ ਲੱਗ ਜਾਏ, ਠੀਕ ਹੈ। ਇਹ ਇੰਨੇ ਜਦੋਂ 50-60 ਵਰਡਸ ਤੁਸੀਂ ਲਿਖ ਦੋਗੇ ਇਹਦੇ ਉੱਤੇ ਹੀ, ਤੇ ਫਿਰ ਅੱਗੇ ਵਾਲਾ ਰੀਜ਼ਨ ਜਾਂ ਕੋਈ ਹੋਰ ਚੀਜ਼ ਕਰਨ ਲੱਗਿਆ ਵੀ ਪ੍ਰੋਬਲਮ ਹੋਊਗੀ। ਵਰਡ ਲਿਮਿਟ ਬਹੁਤ ਜ਼ਿਆਦਾ ਵਾ, ਟਾਈਮ ਬਹੁਤ ਜ਼ਿਆਦਾ ਲੱਗੂਗਾ ਫਿਰ ਤੁਹਾਨੂੰ। ਠੀਕ ਸਰ, ਠੀਕ ਆ, ਇਹ ਚੀਜ਼ ਦਾ ਧਿਆਨ ਰੱਖੋ। ਹੁਣ ਇਹਦਾ ਸੋਲੂਸ਼ਨ ਕੀ ਹੋ ਸਕਦਾ? ਕਿੱਦਾਂ এনवायरमेंट ਨੂੰ ਬਚਾਇਆ ਜਾ ਸਕਦਾ? ਆਪਣੇ ਪ੍ਰਾਈਵੇਟ ਵਾਹਨ ਨੂੰ ਛੱਡ ਕੇ ਟਰਾਂਸਪੋਰਟ ਨੂੰ ਤੇ ਸਾਨੂੰ ਪਬਲਿਕ ਟਰਾਂਸਪੋਰਟ ਯੂਜ਼ ਕਰਨੇ ਚਾਹੀਦੇ। ਪਬਲਿਕ ਟਰਾਂਸਪੋਰਟ ਨੂੰ ਯੂਜ਼ ਕੀਤਾ ਜਾਵੇ, ਓਕੇ। ਔਰ ਸਾਨੂੰ ਜਿਹੜੀ ਪਲਾਸਟਿਕ ਅਸੀਂ ਇੱਧਰ ਉੱਧਰ ਸੁੱਟ ਸਕਦੇ ਉਹਨਾਂ ਨੂੰ ਜਲਾ ਦੇਣੀ ਚਾਹੀਦੀ ਜਾਂ ਜ਼ਮੀਨ ਚ ਸਰ ਜੋ ਕਾਜ਼ਸ ਦੱਸੇ ਆ ਉਹਦੇ ਉਲਟ ਫਿਰ ਸੋਲਵ ਹੋ ਸਕਦੇ ਆ, ਸੋਲੂਸ਼ਨ ਜਿਹੜੀ ਸੋਲਵ ਕਰਨੀ ਹੋ ਸਕਦੇ ਆ। ਜੋ ਤੁਸੀਂ ਕਾਜ਼ਸ ਦੱਸਦੇ ਪਏ ਹੋ ਉਸੇ ਦੇ ਉਲਟ ਉਹਦੇ ਉਲਟ ਦੱਸੋਗੇ ਤੇ ਉਹਦੇ ਵਾਸਤੇ ਕੈਪ ਸਟਰੋਂਗ ਚਾਹੀਦੀ ਹੈ। ਹੋ ਸਕਦਾ ਆ, ਮਨਾ ਨਹੀਂ ਮੈਂ ਕਰਦਾ ਪਿਆ, ਉਹਦੇ ਵਾਸਤੇ ਉਹ ਕੈਪ ਸਟਰੋਂਗ ਚਾਹੀਦੀ ਹੈ ਕਿਉਂਕਿ ਇੱਧਰ ਵੀ ਉਹੀ ਚੀਜ਼ਾਂ ਵਰਡਸ ਯੂਜ਼ ਹੋਣੇ ਆ, ਇੱਧਰ ਵੀ ਇਸੇ ਤਰ੍ਹਾਂ ਯੂਜ਼ ਕਰੋਗੇ ਤੇ ਫਿਰ ਉਹਦੇ ਸਿਨੋਨਿਮਸ ਆਉਣੇ ਚਾਹੀਦੇ। ਠੀਕ ਆ, ਠੀਕ ਆ। ਸਭ ਬਾਇਓਡੀਗ੍ਰੇਡੇਬਲ ਥਿੰਗਸ ਯੂਜ਼ ਕਰਨੀਆਂ ਚਾਹੀਦੀਆਂ ਵਾ, ਜਿੱਦਾਂ ਪੇਪਰ ਬੈਗ, ਕਲੋਥ ਬੈਗਸ। ਹਾਂਜੀ, ਬਾਇਓਡੀਗ੍ਰੇਡੇਬਲ ਬਾਇਓਡੀਗ੍ਰੇਡੇਬਲ ਪ੍ਰੋਡਕਟਸ ਹੋ ਗਏ। ਹੋਰ ਸਰ ਪਲਾਂਟਸ ਲਗਾਉਣੇ ਚਾਹੀਦੇ।
plantation of trees. ਜਦੋਂ ਵੀ ਕੋਈ ਕਾਜ਼ ਵਾਲਾ ਐਸੇ ਆਵੇ ਨਾ ਇੱਕ ਸਿੰਪਲ ਸੋਲੂਸ਼ਨ ਸਭ ਕੋਲ ਹੁੰਦਾ ਸਪੋਜ਼ ਮੈਨੂੰ ਆ ਪੁਆਇੰਟ ਨਹੀਂ ਆ ਰਹੇ ਤੁਸੀਂ ਇਹਦੇ ਉਲਟ ਦੱਸਦੇ ਪਏ ਸਾਰੇ ਸਿੰਪਲ ਸੋਲੂਸ਼ਨ ਹੈ ਇੱਕ Government should stringent policies regarding should be framed by government. यानी कि गवर्नमेंट ਜਿਹੜੀਆਂ ਵਾ ਬਹੁਤ ਸਖਤ ਪਾਲਿਸੀਆਂ ਬਣਾਵੇ এনवायरमेंट ਦੇ ਰਿਗਾਰਡਿੰਗ ਠੀਕ ਹੈ ਫਿਰ ਅੱਗੇ ਤੁਸੀਂ ਦੱਸ ਸਕਦੇ ਹੋ impose fine on defaulters restriction on usage of products which deteriorate ठीक है ये चीज़ां और sources और renewable and biodegradable products renewable ਦੀ ਆਪਾਂ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਰੀਸਾਈਕਲ ਕੀਤਾ ਜਾ ਸਕਦਾ ਠੀਕ ਹੈ ਇਹ ਚੀਜ਼ਾਂ ਆ ਸਕਦੀਆਂ ਹੁਣ ਜਿਹੜੇ ਤੁਸੀਂ ਥੱਲੇ ਰੀਜ਼ਨ ਦੱਸਦੇ ਪਏ ਸੀ ਪਲਾਂਟੇਸ਼ਨ ਆਫ ਟਰੀਜ਼ ਪਬਲਿਕ ਟਰਾਂਸਪੋਰਟ ਉਹ ਵੀ ਸਾਰੇ ਯੂਜ਼ ਕਰ ਸਕਦੇ ਹੋ ਤੁਸੀਂ ਉਹ ਵੀ ਠੀਕ ਹੈ ਦੋਵੇਂ ਬਸ ਫਿਰ ਉਹਨਾਂ ਦਾ ਵੋਕੈਬ ਦਾ ਧਿਆਨ ਰੱਖਿਓ ਥੋੜਾ ਕਲੀਅਰ ਹੁਣ ਇਹਨਾਂ ਦਾ ਸਟਰਕਚਰ ਕੀ ਆ ਸਭ ਤੋਂ ਪਹਿਲਾਂ ਇੰਟਰੋ ਵਾਲਾ ਪੈਰਾਗ੍ਰਾਫ ਉਹਦੇ ਵਿੱਚ ਪਹਿਲਾ ਸੈਂਟੈਂਸ ਪੈਰਾਫਰੇਜ਼ਿੰਗ ਸੈਕੰਡ ਸੈਂਟੈਂਸ ਜੋ ਥੀਸਿਸ ਆ ਉਹੀ ਆਊਟਲਾਈਨ ठीक है कुछ एक्स्ट्रा नहीं है फिर बॉडी पैराग्राफ 1 इट्स पहला सेंटेंस पॉइंट 1 तो एक्सप्लेन result fourth example body paragraph 2 point 2 explain or example last day conclusion paraphrasing ਹੁਣ ਇੱਥੇ ਤੁਸੀਂ ਇਸ ਤਰੀਕੇ ਨਾਲ ਮੈਂ ਕਨਕਲੂਜਨ ਇਹਦਾ ਬਣਾ ਕੇ ਦੱਸ ਦਿੰਦਾ ਇਸ ਪੈਰਾਗ੍ਰਾਫ ਦਾ ਇੱਥੋਂ ਤੱਕ ਆਪਾਂ ਪੁਆਇੰਟ ਲਿਖ ਲਿਆ ਐਕਸਪਲੇਨੇਸ਼ਨ ਲਿਖ ਲਈ ਇਹਦਾ ਰਿਜ਼ਲਟ ਨਹੀਂ ਲਿਖਿਆ ਅਗਰ ਉਹਨਾਂ ਦਾ ਰਿਜ਼ਲਟ ਕੀ ਆਊਗਾ ਰਿਜ਼ਲਟ ਕੀ ਆਊਗਾ ਇਹਦਾ ਵੀ ਆਹ ਸਾਰੀਆਂ ਐਕਟੀਵਿਟੀਜ਼ ਹੋ ਰਹੀਆਂ ਇਹਦੇ ਨਾਲ ਕੀ ਹੋਊਗਾ खतरा हो रहा जिंदगी में इत्थे लाइफ में ह्यूमन लाइफ ਨੂੰ ਵੀ एनिमल लाइफ ਨੂੰ ਵੀ प्लांट लाइफ ਨੂੰ ਸਾਰੀਆਂ ਇਹਨਾਂ ਐਕਟੀਵਿਟੀਜ਼ ਦੇ ਨਾਲ ਲਾਈਫ ਜਿਹੜੀ ਹੈ ਕਦੀ ਖਤਮ ਵੀ ਹੋ ਸਕਦੀ ਆ ਦੁਨੀਆ ਠੀਕ ਹੈ ਇਹ ਉਹਦਾ ਰਿਜ਼ਲਟ ਹੋ ਗਿਆ नेक्स्ट वन इज एग्जांपल एग्जांपल ਹੁਣ ਕਿਸੇ ਸਰਵੇ ਦੀ ਪਾ ਸਕਦੇ ਆਪਾਂ ਸਰਵੇ ਦੇ ਅਕੋਰਡਿੰਗ
ਜਿਹੜੇ ਆ 45% ਜਿਹੜਾ ਪੋਲੂਸ਼ਨ ਹੋਇਆ ਲਾਸਟ ਈਅਰ, ਉਹਦੇ ਵਿੱਚ ਨਿਊ ਪ੍ਰੋਡਕਟਸ ਜਿਹੜੇ ਇਨਵੈਂਟ ਕੀਤੇ ਗਏ ਆ ਉਹ ਸਭ ਤੋਂ ਅੱਗੇ ਸੀ, ਉਹਨਾਂ ਦੇ ਕਾਰਨ ਹੋਇਆ, ਜੋ ਕਿ ਪ੍ਰੋਡਕਟਸ ਜਿਹੜੇ ਆ ਉਹ ਰੀਸਾਈਕਲ ਨਹੀਂ ਕੀਤੇ ਜਾ ਸਕਦੇ, ਰੀਸਾਈਕਲ ਨਹੀਂ ਹੋਊਗਾ ਇੱਥੇ। ਲਾਸਟ ਈਅਰ ਨਹੀਂ ਹੋਊਗੀ, ਪਰ ਲਾਸਟ 100 ਈਅਰ ਦੇ ਵਿੱਚ ਲਿਖ ਦਿਓ ਵੀ ਲਾਸਟ ਸੈਂਚੁਰੀ ਦੇ ਵਿੱਚ ਜਿਹੜਾ ਪੋਲੂਸ਼ਨ ਜਿਹੜਾ ਪਿਛਲੇ 100 ਸਾਲਾਂ ਨਾਲੋਂ ਐਤਕੀ ਜਿਹੜਾ ਉਹ ਵੀ ਇੰਨੇ ਸਾਲ ਜ਼ਿਆਦਾ ਹੋਇਆ, ਯਾਨੀ ਕਿ ਸੈਂਚੁਰੀਜ਼ ਲਿਖ ਸਕਦੇ ਆਪਾਂ। 21st ਸੈਂਚੁਰੀ ਚੱਲਦੀ ਪਈ ਆ, 19th ਸੈਂਚੁਰੀ ਨਾਲੋਂ 45% ਪੋਲੂਸ਼ਨ ਜਿਹੜਾ ਲੈਵਲ ਆ ਰਾਈਜ਼ ਹੋ ਗਿਆ। ਇਨਕਰੀਜ਼ ਨਹੀਂ ਲਿਖਣਾ, ਪੋਲੂਸ਼ਨ ਇਨਕਰੀਜ਼ ਨਹੀਂ ਲਿਖਣਾ, ਰਾਈਜ਼ ਲਿਖਣਾ, ਠੀਕ ਹੈ। ਵਧਿਆ ਨਹੀਂ ਉਹ, ਮਤਲਬ ਇਨਕਰੀਜ਼ ਹੁੰਦਾ ਇੱਕ ਚੀਜ਼ ਕਾਊਂਟਿੰਗ ਦਾ ਨੰਬਰ ਤਾਂ ਹੁੰਦਾ, ਰਾਈਜ਼ ਹੁੰਦਾ ਵੀ ਇੱਕ ਚੀਜ਼ ਦਾ ਲੈਵਲ ਤਾਂ ਹੋਣਾ, ਠੀਕ ਹੈ। ਰਾਈਜ਼ ਜ਼ਿਆਦਾ ਐਪਰੋਪ੍ਰੀਏਟ ਵਰਡ ਆ 20th ਸੈਂਚੁਰੀ ਦੇ ਵਿੱਚ। ਡਿਊ ਟੂ more exploitation of industries, ठीक है। more exploitation of industries मतलब industries ਦਾ ਬਹੁਤ ਜ਼ਿਆਦਾ ਯੂਜ਼ ਕੀਤਾ ਗਿਆ ਇਹਦੇ ਵਿੱਚ। ਹੁਣ ਇਹਦਾ ਆਪਾਂ ਆ ਪੁਆਇੰਟ ਬਣਾਤਾ, ਦੈਨ ਅੱਗੇ ਆ ਐਕਸਪਲੇਨੇਸ਼ਨ, ਆ ਐਕਸਪਲੇਨੇਸ਼ਨ ਹੈ, आ गया पॉइंट 2, ठीक है। ਹੁਣ ਇਹਦੀ ਐਗਜ਼ਾਮਪਲ ਇੱਥੇ ਕਿਸੇ ਕੰਟਰੀ ਦਾ ਨੇਮ ਲੈ ਕੇ ਉਹਦੀ ਐਗਜ਼ਾਮਪਲ ਦੱਸ ਦੋ ਕਿ ਵੀ ਉਹਨੇ ਜਿਹੜੀਆਂ ਪਾਲਿਸੀਜ਼ ਆ ਉਹਦੀਆਂ ਬਹੁਤ ਸਖਤ ਆ ਉੱਥੇ, ਠੀਕ ਹੈ, ਤੇ ਰੂਲਸ ਐਂਡ ਰੈਗੂਲੇਸ਼ਨਸ ਬਹੁਤ ਹਾਰਸ਼ ਐਨਵਾਇਰਨਮੈਂਟ ਨੂੰ ਲੈ ਕੇ। ਸੋ ਉੱਥੋਂ ਦੀ ਜਿਹੜੀ ਆ ਪੋਲਿਊਸ਼ਨ ਦਾ ਲੈਵਲ ਬਾਕੀ ਦੇਸ਼ਾਂ ਦੇ ਨਾਲੋਂ ਕਾਫੀ ਜ਼ਿਆਦਾ ਲੋ ਆ, ਕਿੱਦਾਂ ਦੱਸ ਸਕਦੇ। ਇੱਥੋਂ ਤੱਕ ਕਲੀਅਰ ਹੈ ਸਾਰਿਆਂ ਨੂੰ? ਹੁਣ ਆਪਾਂ ਸਭ ਤੋਂ ਪਹਿਲਾਂ ਕਰਨੀ ਇਹਦੀ ਪੈਰਾਫ੍ਰੇਜ਼ਿੰਗ, ਦੈਨ ਪੁਆਇੰਟ 1 ਐਕਸਪਲੇਨ 1। ਜਸਟ ਅ ਮਿੰਟ, ਕਨਫਿਊਜ਼ਨ ਨਾ ਸਿੱਖਦੇ ਹੁਣ ਇੱਥੇ। ਪਹਿਲਾਂ ਕਰਨੀ ਹੈ ਪੈਰਾਫ੍ਰੇਜ਼ਿੰਗ, ਦੈਨ ਪੁਆਇੰਟ 1 ਦੀ ਐਕਸਪਲੇਨੇਸ਼ਨ, paraphrasing, point 1 explain 1 plus point 2 explain 2। ਆ ਚੀਜ਼ ਆਪਾਂ ਕਰਨੀ ਹੈ ਇੱਥੇ। ਹੁਣ ਇੱਥੇ ਦੀ paraphrasing ਕਰਦੇ ਆ, an increase in the production of consumer goods is damaging the environment। ਇੰਨੀ ਕਿ paraphrasing ਹੋ ਗਈ ਆ। Environmental destruction is on rise due to higher consumption of products manufactured in industries, ਠੀਕ ਹੈ। ਹੁਣ ਮੈਂ point 1 ਇਹਦੇ ਨਾਲ ਕਲੱਬ ਕਰਨਾ ਆ ਤੇ explanation 1 ਜਿਹੜੀ ਹੈ ਕਲੱਬ ਕਰਨੀ ਹੈ।
ਆ ਇਹਦਾ ਕਨਫਿਊਜ਼ਨ ਬਣ ਗਿਆ, ਇਹਨੂੰ ਪੜੋ ਫਿਰ ਮੈਂ ਸਮਝਾਉਣਾ ਵੀ ਬਣਿਆ ਕਿੱਦਾਂ। ਕਰ ਲਿਆ ਇਹਨੂੰ ਕੰਪਲੀਟ। ਹੁਣ ਇੱਥੇ ਆ ਡੈਮੇਜਿੰਗ ਦਾ এনवायरमेंट, ਮੈਂ ਕੀ ਕੀਤਾ ਸੀਗਾ ਇਹਨੂੰ ਪੂਰੇ ਮਤਲਬ ਨੂੰ ਸਮਝ ਲਿਆ ਤੇ ਉਹਨੂੰ ਆਪਣੇ ਮੀਨਿੰਗ ਚ ਕੀਤਾ ਮਿਕਸਚਰ ਮੈਥਡ ਯੂਜ਼ ਕਰਕੇ ਪੈਰਾਫਰੇਜ਼ਿੰਗ ਦਾ। ਜਿਹੜਾ ਆਪਾਂ ਕਰਦੇ ਸਿਨੋਨਿਮ ਵੀ ਐਡ ਆਨ ਕਰਨੇ ਆ, ਪੈਸਿਵ ਫਾਰਮ ਦੇ ਵਿੱਚ ਵੀ ਰੱਖਣਾ। environmental destruction is on rise due to higher consumption of products manufactured in industries। ठीक है, क्यों environmental damage क्यों हो रहा है? क्योंकि कंजम्पशन ਜਿਹੜੀ ਪ੍ਰੋਡਕਟਸ ਦੀ ਜਿਹੜੀ ਫੈਕਟਰੀਆਂ ਦੇ ਵਿੱਚ ਬਣਦੇ ਪਏ ਆ ਉਹ ਜ਼ਿਆਦਾ ਹੋ ਰਹੀ ਹੈ। ਕੰਜ਼ੰਪਸ਼ਨ ਮਤਲਬ ਉਹਦਾ ਯੂਜ਼ੇਜ ਜ਼ਿਆਦਾ ਹੋ ਰਹੀ ਹੈ। as over exploitation of resources by human is common which pollutes the biodiversity। ਆ ਚੀਜ਼ ਆ ਵੀ ਹਿਊਮਨਸ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਦੇ ਪਏ, ਡਿਮਾਂਡ ਵੱਧਦੀ ਪਈ ਆ। ਇੱਥੇ ਲਿਖਿਆ ਮੈਂ ਓਵਰ ਐਕਸਪਲੋਇਟੇਸ਼ਨ। रिसोर्सेज ਕਿਹੜੇ ਆ ਵਾਲੇ, ਫਿਊਲ ਹੋ ਗਿਆ, ਠੀਕ ਹੈ, ਔਰ ਆ ਪਲਾਸਟਿਕ ਦੇ ਜਿਹੜੀਆਂ ਚੀਜ਼ਾਂ ਹੋ ਗਈਆਂ ਤੇ ਇੰਡਸਟਰੀਜ਼, ਇਹ ਸਾਰੇ ਦੇ ਸਾਰੇ ਰਿਸੋਰਸਿਸ ਨੇ। ਕੌਣ ਕਰਦਾ ਪਿਆ? ਹਿਊਮਨ। ਇਹਦੇ ਨਾਲ ਰਿਜ਼ਲਟ ਕੀ ਆ ਰਿਹਾ? ਕਾਜ਼ਿੰਗ ਥ੍ਰੈਟ ਟੂ ਲਾਈਫ ਆ, ਇਹ ਆ ਗਿਆ ਇੱਥੇ ਪੋਲਿਊਟਸ ਦਾ ਬਾਇਓਡਾਇਵਰਸਿਟੀ, ਜਾਂ ਇੱਥੇ ਆ ਸਕਦਾ ਡਿਸਟਰਬ ਦਾ ਬਾਇਓਡਾਇਵਰਸਿਟੀ। ਠੀਕ ਹੈ, ਇਹ ਪੁਆਇੰਟ 1 ਦਾ ਐਕਸਪਲੇਨੇਸ਼ਨ 1 ਸਾਰਾ ਹੋ ਗਿਆ। ਇੱਥੇ ਕਾਮਾ ਪਾਇਆ, ਕੰਟਰਾਸਟਿੰਗ ਕਨੈਕਟਰ ਯੂਜ਼ ਕੀਤਾ, ਫਿਰ ਕਾਮਾ ਦਾ ਯੂਜ਼ ਕੀਤਾ, ਦੈਨ ਆਪਣਾ ਪੁਆਇੰਟ 2 ਤੇ ਐਕਸਪਲੇਨੇਸ਼ਨ 2। ਇੱਥੇ ਮੈਂ ਪੁਆਇੰਟ 2 ਲਿਖਿਆ ਸੀਗਾ ਕਿ ਗਵਰਨਮੈਂਟ ਜਿਹੜੀ ਆ ਸਖਤ ਪਾਲਿਸੀਜ਼ ਲਾਗੂ ਕਰੇ। ਠੀਕ ਹੈ, ਉਹ ਚੀਜ਼ ਮੈਂ ਲਿਖਤੀ ਇੱਥੇ। ਦਿਸ ਕੈਨ ਬੀ ਐਡਰੈਸਡ, ਸੋਲਵ ਕਿੱਦਾਂ ਹੋਗੀ? ਬਾਈ ਦੀ ਆਪਟੀਮਮ ਅਥਾਰਟੀ, ਯਾਨੀ ਕਿ ਜਿਹੜੀ ਰਾਈਟ ਅਥਾਰਟੀ ਆ ਉਹਦੀ ਇੰਟਰਵੈਂਸ਼ਨ ਨਾਲ, ਉਹ ਜੇ ਇਹਦੇ ਵਿੱਚ ਦਖਲਅੰਦਾਜ਼ੀ ਕਰੇ। ਤੇ ਦਖਲਅੰਦਾਜ਼ੀ ਕਿੱਦਾਂ ਹੋਊਗੀ? ਉਹ ਕੋਸ ਰੂਲਸ ਐਂਡ ਰੈਗੂਲੇਸ਼ਨਸ ਬਣਾ ਕੇ। ਐਂਡ ਡਿਵੈਲਪਮੈਂਟ ਆਫ ਇਕੋ ਫ੍ਰੈਂਡਲੀ ਗੁਡਸ। ਇਕੋ ਫ੍ਰੈਂਡਲੀ ਗੁਡਸ ਯਾਨੀ ਕਿ ਇੱਥੇ ਆਪਾਂ ਲਿਖਿਆ ਸੀਗਾ ਮੋਰ ਯੂਜ਼ਸ ਆਫ ਬਾਇਓਡੀਗ੍ਰੇਡੇਬਲ ਪ੍ਰੋਡਕਟਸ। ਆ ਚੀਜ਼ ਆ, ਉਹੀ ਉਹਦਾ ਸਿਨੋਨਿਮ ਯੂਜ਼ ਕੀਤਾ। ਇਕੋ ਫ੍ਰੈਂਡਲੀ ਗੁਡਸ ਜਿਹੜੇ ਆ ਜ਼ਿਆਦਾ ਯੂਜ਼ ਹੋਣੇ ਚਾਹੀਦੇ, ਉਹਨਾਂ ਦੀ ਡਿਵੈਲਪਮੈਂਟ ਜਿਹੜੀ ਜ਼ਿਆਦਾ ਹੋਣੀ ਚਾਹੀਦੀ। ਇਹਦੀ ਸਪੈਲਿੰਗ ਗਲਤ ਆ, ਇਹਦੇ ਵਿੱਚ ਵੀ ਮਿਸਿੰਗ। ਕਲੀਅਰ ਹੋਈ? ਉੱਥੇ ਤੁਸੀਂ ਐਗਜ਼ਾਮ 'ਚ ਸਿਰਫ ਇੱਕੋ ਹੀ ਐਸੇ ਲਿਖਣਾ ਵਾ। ਸੋ ਇਹਨੂੰ ਇਦਾਂ ਹੀ ਐਜ਼ ਅ ਐਗਜ਼ੈਕਟ ਪੈਟਰਨ ਇਦਾਂ ਹੀ ਯਾਦ ਕਰ ਸਕਦੇ ਹੋ ਤੁਸੀਂ। ਜਦੋਂ ਆਪਾਂ ਪੈਰਾਫਰੇਜ਼ਿੰਗ ਕਰਨੀ, ਪਹਿਲੇ ਪੈਰਾਗ੍ਰਾਫ ਨੂੰ ਲਿਖਣਾ, ਨਾਲ ਉਹਨੂੰ ਰਿਲੇਟ ਕਰਕੇ ਇੱਥੇ ਐਜ਼ ਕਨੈਕਟਰ ਯੂਜ਼ ਕਰ ਲਿਆ, ਕਾਮਾ ਪਾਇਆ, ਇੱਥੇ ਕਨੈਕਟਰ ਯੂਜ਼ ਕਰ ਲਿਆ ਹਾਊਐਵਰ, ਫਿਰ ਅੱਗੇ ਕਾਮਾ ਪਾ ਕੇ ਸੈਕਿੰਡ ਵਾਲਾ ਇੰਟਰੋਡਿਊਸ ਕਰਤਾ। ਇੱਕੋ ਸੈਂਟੈਂਸ, ਫੁੱਲ ਸਟਾਪ ਜਿਹੜਾ ਇੱਕੋ ਵਾਰੀ ਆਏਗਾ ਇੱਥੇ ਲਾਸਟ। ਠੀਕ ਹੈ, ਕੁਝ ਐਸੇ ਇਦਾਂ ਦੇ ਹੁੰਦੇ ਜਿੱਥੇ ਇੱਥੇ ਹਾਊਐਵਰ ਨਹੀਂ ਆ ਸਕਦਾ ਹੈ, ਉਹਦੇ ਵਿੱਚ ਤੁਹਾਨੂੰ ਧਿਆਨ ਰੱਖਣਾ ਪਊਗਾ। ਇੱਥੇ ਤੇ ਐਜ਼ ਆ ਜਾਊਗਾ ਸਾਰਿਆਂ ਦੇ, ਬਟ ਇੱਥੇ ਕੁਝ ਐਸੇ ਹੋਣਗੇ ਇਦਾਂ ਦੇ ਜਿਨ੍ਹਾਂ ਦੇ ਵਿੱਚ ਇੱਥੇ ਹਾਊਐਵਰ ਨਹੀਂ ਆ ਸਕਦਾ। ਸੋ ਉਹ ਕਨੈਕਟਰ ਦੀ ਯੂਜ਼ੇਜ ਆਪਾਂ ਹਰ ਇੱਕ ਦੇ ਅਕੋਰਡਿੰਗ ਕਰੈਕਟ ਕਰਨੀ। ਕਲੀਅਰ ਹੈ ਕਨਕਲੂਜਨ ਦਾ ਵੀ ਹੁਣ ਵੀ ਕਿੱਦਾਂ ਬਣਨਾ? ਚਲੋ ਇਹ ऐसे करो। फिर जीटी ਦੀ टास्क 1 ਦੀ क्लास स्टार्ट करता हूं मैं।